ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ। ਨਵਾਂ ਸੈਸ਼ਨ, ਨਵੀਂ ਜਮਾਤ ਤੇ ਨਵਾਂ ਸਿਲੇਬਸ। ਪਿਆਰੇ ਬੱਚਿਓ, ਜਦੋਂ ਤੁਸੀਂ ਇੰਨੀਆਂ ਨਵੀਆਂ ਚੀਜ਼ਾਂ ਦੇ ਰੂਬਰੂ ਹੁੰਦੇ ਹੋ ਤਾਂ ਤੁਹਾਡੀ ਜਮਾਤ ਵਿੱਚ ਲੱਗਦੀ ਹੈ ਇੱਕ ਨਵੀਂ ਸਮਾਂ ਸਾਰਣੀ। ਸਮਾਂ ਸਾਰਣੀ ਭਾਵ ਟਾਈਮ ਟੇਬਲ। ਤੇ ਟਾਈਮ ਟੇਬਲ ਬਣਾਉਣ ਲਈ ਤੁਹਾਨੂੰ ਜ਼ਰੂਰਤ ਪੈਂਦੀ ਹੈ ਇੱਕ ਵਧੀਆ ਦਿੱਖ ਵਾਲੇ ਟੇਬਲ ਦੀ। ਜੀ ਹਾਂ ਪਿਆਰੇ ਬੱਚਿਓ, ਤੁਹਾਡਾ ਅੱਜ ਦਾ ਟੌਪਿਕ ਤੁਹਾਡੀ ਪਾਠ ਪੁਸਤਕ ਦਾ ਪਾਠ ਨੰਬਰ 1 MS ਵਰਡ ਵਿੱਚ ਟੇਬਲ ਅਤੇ ਮੇਲ ਮਰਜ ਨਾਲ ਕੰਮ ਕਰਨਾ ਲੈ ਕੇ ਮੈਂ ਨਵਜੋਤ ਕੌਰ, ਕੰਪਿਊਟਰ ਅਧਿਆਪਕਾ, ਸਰਕਾਰੀ ਹਾਈ ਸਕੂਲ ਘਨੌਰ ਕਲਾਂ, ਬਲਾਕ ਧੂਰੀ, ਜ਼ਿਲ੍ਹਾ ਸੰਗਰੂਰ ਤੋਂ ਦੁਆਬਾ ਰੇਡੀਓ ਦੇ ਸੁਣੋ ਸੁਣਾਵਾਂ ਪਾਠ ਪੜ੍ਹਾਵਾਂ ਚੈਨਲ 'ਤੇ ਤੁਹਾਡਾ ਹਾਰਦਿਕ ਸਵਾਗਤ ਕਰਦੀ ਹਾਂ। ਟੇਬਲ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਆਓ ਥੋੜ੍ਹਾ ਜਿਹਾ ਜਾਣੀਏ MS ਵਰਡ ਬਾਰੇ। MS ਭਾਵ ਮਾਈਕਰੋਸੌਫਟ। प्यारे बच्चों, माइक्रोसॉफ्ट उस कॉरपोरेशन का नाम है जिसने MS ऑफिस नाम का सॉफ्टवेयर डिवेलप किया है ਅਤੇ MS वर्ड भी उसी सॉफ्टवेयर का एक हिस्सा है। यह एक अजिहा एप्लीकेशन प्रोग्राम है जो सानू अपनी इच्छा अनुसार एक आकर्षक डॉक्यूमेंट बनाने की सुविधा तो मुहैया करवाउंदा ही है, बल्कि इस विच असी अपनी जानकारी नू एक आकर्षक टेबल के रूप विच भी दिखा सकते हाँ। आओ हुण जाणीए टेबल की है। प्यारे बच्चों, टेबल रो, कॉलम ਅਤੇ ਸੈੱਲ ਤੋਂ ਮਿਲ ਕੇ ਬਣਦਾ ਹੈ। रो ਟੇਬਲ ਵਿਚਲੀਆਂ ਲੇਟਵੀਆਂ ਰੇਖਾਵਾਂ ਹੁੰਦੀਆਂ ਹਨ ਤੇ ਕਾਲਮ ਟੇਬਲ ਵਿਚਲੀਆਂ ਖੜਵੀਆਂ ਰੇਖਾਵਾਂ ਹੁੰਦੀਆਂ ਹਨ। ਰੋ ਅਤੇ ਕਾਲਮਾਂ ਦੇ ਕੱਟਣ ਨਾਲ ਜੋ ਛੋਟੇ-ਛੋਟੇ ਖਾਨੇ ਬਣਦੇ ਹਨ ਉਹਨਾਂ ਨੂੰ ਸੈੱਲ ਕਿਹਾ ਜਾਂਦਾ ਹੈ। ਸੈੱਲ ਟੇਬਲ ਦਾ ਸਭ ਤੋਂ ਛੋਟਾ ਭਾਗ ਹੈ। ਟੇਬਲ ਫਾਰਮੈਟ ਵਿੱਚ ਜਾਣਕਾਰੀ ਨੂੰ ਪੇਸ਼ ਕਰਨਾ ਤੇ ਪੜ੍ਹਨਾ ਪੈਰਾਗ੍ਰਾਫ ਫਾਰਮੈਟ ਨਾਲੋਂ ਕਿਤੇ ਜ਼ਿਆਦਾ ਆਸਾਨ ਹੁੰਦਾ ਹੈ। ਟੇਬਲ ਫਾਰਮੈਟ ਵਿੱਚ ਅਸੀਂ ਤਸਵੀਰਾਂ ਨੂੰ ਵੀ ਆਸਾਨੀ ਨਾਲ ਸੈੱਟ ਕਰ ਸਕਦੇ ਹਾਂ। ਟੇਬਲ ਗੁੰਝਲਦਾਰ ਜਾਣਕਾਰੀ ਨੂੰ ਆਸਾਨ ਅਤੇ ਵਧੀਆ ਢੰਗ ਨਾਲ ਪੇਸ਼ ਕਰਦਾ ਹੈ। ਅਸੀਂ ਪਹਿਲਾਂ ਤੋਂ ਹੀ ਬਣੀ ਹੋਈ ਵਰਕਸ਼ੀਟ ਨੂੰ ਵੀ ਆਪਣੇ ਡਾਕੂਮੈਂਟ ਵਿੱਚ ਆਸਾਨੀ ਨਾਲ ਇਨਸਰਟ ਕਰ ਸਕਦੇ ਹਾਂ। ਟੇਬਲ ਨੂੰ ਅਸੀਂ ਵੱਖ-ਵੱਖ ਤਰੀਕਿਆਂ ਨਾਲ ਬਣਾ ਸਕਦੇ ਹਾਂ। ਟੇਬਲ ਬਣਾਉਣ ਦੇ ਇਹ ਸਾਰੇ ਤਰੀਕੇ ਤੁਹਾਨੂੰ ਇਨਸਰਟ ਟੈਬ ਵਿੱਚ ਮਿਲਣਗੇ। ਇਨਸਰਟ ਟੈਬ ਵਿੱਚੋਂ ਟੇਬਲ ਬਟਨ ਦੀ ਵਰਤੋਂ ਕਰਕੇ ਟੇਬਲ ਗ੍ਰਿਡ 'ਚੋਂ ਆਪਣੀ ਇੱਛਾ ਅਨੁਸਾਰ ਖਾਨਿਆਂ ਦੀ ਚੋਣ ਕਰਕੇ ਤੁਸੀਂ ਇੱਕ ਕੁਇਕ ਟੇਬਲ ਤਿਆਰ ਕਰ ਸਕਦੇ ਹੋ। ਇਸੇ ਤਰ੍ਹਾਂ ਇਨਸਰਟ ਟੈਬ ਵਿੱਚੋਂ ਇਨਸਰਟ ਟੇਬਲ ਆਪਸ਼ਨ ਦੀ ਵਰਤੋਂ ਕਰਕੇ ਅਸੀਂ ਆਪਣੀਆਂ ਰੋ ਅਤੇ ਕਾਲਮਾਂ ਦੀ ਗਿਣਤੀ ਨਿਰਧਾਰਿਤ ਕਰਕੇ ਵੀ ਇੱਕ ਟੇਬਲ ਤਿਆਰ ਕਰ ਸਕਦੇ ਹਾਂ। ਅਸੀਂ ਡਰਾ ਟੇਬਲ ਆਪਸ਼ਨ ਦੀ ਵਰਤੋਂ ਕਰਕੇ ਪੈਨਸਿਲ ਦੀ ਸਹਾਇਤਾ ਨਾਲ ਵੀ ਆਪਣੀ ਇੱਛਾ ਅਨੁਸਾਰ ਰੋ ਅਤੇ ਕਾਲਮ ਡਰਾ ਕਰਕੇ ਟੇਬਲ ਤਿਆਰ ਕਰ ਸਕਦੇ ਹਾਂ। ਅਸੀਂ ਜਦੋਂ ਕਿਸੇ ਵੀ ਤਰੀਕੇ ਨਾਲ ਟੇਬਲ ਤਿਆਰ ਕਰਦੇ ਹਾਂ ਤਾਂ ਸਾਨੂੰ ਰਿਬਨ ਦੇ ਉੱਤੇ ਦੋ ਨਵੀਆਂ ਟੈਬਸ ਦਿਖਾਈ ਦਿੰਦੀਆਂ ਹਨ, ਜਿਹੜੀਆਂ ਕਿ ਡਿਜ਼ਾਈਨ ਟੈਬ ਅਤੇ ਲੇਆਊਟ ਟੈਬਸ ਹੁੰਦੀਆਂ ਹਨ। ਡਿਜ਼ਾਈਨ ਅਤੇ ਲੇਆਊਟ ਟੈਬ ਵਿੱਚ ਟੇਬਲ ਨਾਲ ਸੰਬੰਧਿਤ ਕਈ ਟੂਲ ਹੁੰਦੇ ਨੇ ਜੋ ਟੇਬਲ ਨੂੰ ਹੋਰ ਵੀ ਆਕਰਸ਼ਕ ਬਣਾ ਦਿੰਦੇ ਨੇ। ਡਿਜ਼ਾਈਨ ਟੇਬਲ ਦੀ ਟੈਬ ਦੀ ਵਰਤੋਂ ਕਰਕੇ ਤੁਸੀਂ ਟੇਬਲ ਨੂੰ ਮਨਪਾਉਂਦਾ ਬਾਰਡਰ ਅਤੇ ਸ਼ੇਡਿੰਗ ਦੀ ਵਰਤੋਂ ਕਰ ਸਕਦੇ ਹੋ। ਪੈਨ ਕਲਰ ਅਤੇ ਇਰੇਜ਼ਰ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣੇ ਪੇਜ ਦਾ ਬੈਕਗਰਾਊਂਡ ਥੀਮ ਵੀ ਸੈੱਟ ਕਰ ਸਕਦੇ ਹੋ। ਤੁਸੀਂ ਇਸ ਵਿੱਚੋਂ ਇਰੇਜ਼ਰ ਦੀ ਵਰਤੋਂ ਕਰਕੇ ਕਿਸੇ ਵੀ ਕਾਲਮ, ਰੋ ਜਾਂ ਸੈੱਲ ਨੂੰ ਡਿਲੀਟ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਅਸੀਂ ਲੇਆਊਟ ਟੈਬ ਦੀ ਵਰਤੋਂ ਕਰਕੇ ਨਵੇਂ ਸੈੱਲ, ਨਵੀਂ ਰੋ ਅਤੇ ਨਵਾਂ ਕਾਲਮ ਆਪਣੇ ਟੇਬਲ ਵਿੱਚ ਦਾਖਲ ਵੀ ਕਰ ਸਕਦੇ ਹਾਂ ਅਤੇ ਨਵੀਂ ਰੋ, ਟੇਬਲ ਦੀ ਕਾਲਮ ਅਤੇ ਸੈੱਲ ਨੂੰ ਡਿਲੀਟ ਵੀ ਕਰ ਸਕਦੇ ਹਾਂ। ਇਸ ਦੀ ਮਦਦ ਨਾਲ ਅਸੀਂ ਸੈੱਲਾਂ ਨੂੰ ਸਪਲਿਟ ਵੀ ਕਰ ਸਕਦੇ ਹਾਂ ਅਤੇ ਮਰਜ ਵੀ ਕਰ ਸਕਦੇ ਹਾਂ। ਪਿਆਰੇ ਬੱਚਿਓ, ਇੱਥੇ ਸਪਲਿਟ ਤੋਂ ਭਾਵ ਹੈ ਕਿ ਅਸੀਂ ਇੱਕ ਸੈੱਲ ਤੋਂ ਦੋ ਜਾਂ ਦੋ ਤੋਂ ਵੱਧ ਸੈੱਲ ਬਣਾ ਸਕਦੇ ਹਾਂ ਅਤੇ ਮਰਜ ਤੋਂ ਭਾਵ ਹੈ ਅਸੀਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਦਾ ਇੱਕ ਸੈੱਲ ਬਣਾ ਸਕਦੇ ਹਾਂ। ਲੇਆਊਟ ਟੈਬ ਦੀ ਵਰਤੋਂ ਕਰਕੇ ਅਸੀਂ ਆਪਣੀ ਰੋ ਦੀ ਉਚਾਈ ਅਤੇ ਕਾਲਮ ਦੀ ਚੌੜਾਈ ਵੀ ਆਪਣੀ ਇੱਛਾ ਅਨੁਸਾਰ ਵਧਾ ਅਤੇ ਘਟਾ ਸਕਦੇ ਹਾਂ। ਪਿਆਰੇ ਬੱਚਿਓ, ਟੇਬਲ ਦੀਆਂ ਕੁਝ ਖਾਸ ਪ੍ਰੋਪਰਟੀਜ਼ ਹੁੰਦੀਆਂ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਟੇਬਲ ਵਿੱਚ ਟੈਕਸਟ ਨੂੰ ਲੈਫਟ, ਰਾਈਟ, ਸੈਂਟਰ ਅਤੇ ਜਸਟੀਫਾਈ ਅਲਾਈਨ ਕਰ ਸਕਦੇ ਹਾਂ। ਅਸੀਂ ਆਪਣੇ ਟੇਬਲ ਨੂੰ ਵੀ ਖੱਬੇ, ਸੱਜੇ ਜਾਂ ਸੈਂਟਰ ਵਿੱਚ ਲਾ ਸਕਦੇ ਹਾਂ। ਪਿਆਰੇ ਬੱਚਿਓ, ਜਦੋਂ ਅਸੀਂ ਵਰਡ ਵਿੱਚ ਕੋਈ ਗੁੰਝਲਦਾਰ ਟੇਬਲ ਡਰਾ ਕਰ ਤਾਂ ਅਸੀਂ ਡਰਾ ਟੇਬਲ ਆਪਸ਼ਨ ਦੀ ਵਰਤੋਂ ਕਰਦੇ ਹਾਂ। ਜੇਕਰ ਅਸੀਂ ਵੱਖ-ਵੱਖ ਕਾਲਮ ਅਤੇ ਸੈੱਲਾਂ ਦੀ ਉਚਾਈ ਵੱਖ-ਵੱਖ ਰੱਖਣੀ ਹੈ
ਤਾਂ ਅਸੀਂ ਹਰੇਕ ਰੋ ਵਿੱਚ ਦਾਖਲ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਡਰਾ ਟੇਬਲ ਆਪਸ਼ਨ ਦੀ ਮਦਦ ਲੈਂਦੇ ਹਾਂ। ਜਦੋਂ ਅਸੀਂ ਟੇਬਲ ਨੂੰ ਡਰਾ ਕਰ ਲੈਂਦੇ ਹਾਂ ਤਾਂ ਅਸੀਂ ਉਸ ਸੈੱਲ ਦੇ ਵਿੱਚ ਕਰਸਰ ਨੂੰ ਲੈ ਕੇ ਜਾਂਦੇ ਹਾਂ ਜਿੱਥੇ ਡਾਟਾ ਐਂਟਰ ਕਰਨਾ ਹੈ। ਅਸੀਂ ਅਗਲੇ ਸੈੱਲ ਵਿੱਚ ਜਾਣ ਲਈ ਟੈਬ ਕੀ ਜਾਂ ਰਾਈਟ ਐਰੋ ਕੀ ਦੀ ਵਰਤੋਂ ਕਰਦੇ ਹਾਂ ਤੇ ਵੱਖ-ਵੱਖ ਸੈੱਲਾਂ ਵਿੱਚ ਪਿੱਛੇ ਜਾਣ ਲਈ ਸ਼ਿਫਟ ਟੈਬ ਕੀ ਜਾਂ ਲੈਫਟ ਐਰੋ ਕੀ ਦੀ ਵਰਤੋਂ ਕਰਦੇ ਹਾਂ। ਮੰਨ ਲਓ ਤੁਸੀਂ ਇੱਕ ਟੇਬਲ ਡਰਾ ਕੀਤਾ ਹੈ ਪਰ ਤੁਸੀਂ ਉਹਦੇ ਵਿੱਚ ਹੋਰ ਰੋ ਤੇ ਕਾਲਮ ਐਡ ਕਰਨੇ ਨੇ ਤਾਂ ਤੁਸੀਂ ਲਾਸਟ ਵਾਲੇ ਸੈੱਲ ਦੇ ਵਿੱਚ ਕਰਸਰ ਲਿਜਾ ਕੇ ਟੈਬ ਕੀ ਦਬਾਉਂਦੇ ਹੋ, ਉਹਦੇ ਵਿੱਚ ਨਵੀਂ ਰੋ ਐਡ ਹੋ ਜਾਂਦੀ ਹੈ। ਜਿੰਨੀ ਵਾਰ ਤੁਸੀਂ ਲਾਸਟ ਵਾਲੇ ਸੈੱਲ ਵਿੱਚ ਜਾ ਕੇ ਕਰਸਰ ਰੱਖ ਕੇ ਟੈਬ ਕੀ ਦਬਾਓਗੇ ਉਨੇ ਹੀ ਰੋਜ਼ ਤੇ ਕਾਲਮ ਉਹਦੇ ਵਿੱਚ ਐਡ ਕਰ ਲਓਗੇ। ਟੇਬਲ ਵਿੱਚ ਰੋ, ਕਾਲਮ ਤੇ ਸੈੱਲਾਂ ਨੂੰ ਐਡ ਕਰਨ ਲਈ ਤੁਸੀਂ ਲੇਆਊਟ ਟੈਬ ਦੇ ਰੋ ਅਤੇ ਕਾਲਮ ਗਰੁੱਪ ਦੀ ਮਦਦ ਲੈਂਦੇ ਹੋ। ਜਦੋਂ ਤੁਸੀਂ ਆਪਣੇ ਸੈੱਲ ਦੇ ਰਾਈਟ ਕਲਿੱਕ ਕਰਦੇ ਹੋ ਉਦੋਂ ਵੀ ਤੁਹਾਨੂੰ ਇਹ ਸਾਰੀਆਂ ਆਪਸ਼ਨਸ ਦਿਖਾਈ ਦਿੰਦੀਆਂ ਨੇ। ਇਨਸਰਟ ਦਾ ਵਿਕਲਪ ਤੁਹਾਨੂੰ ਉਦੋਂ ਵੀ ਦਿਖਾਈ ਦਿੰਦਾ ਹੈ। ਇਨਸਰਟ ਤੇ ਕਲਿੱਕ ਕਰਕੇ ਤੁਸੀਂ ਇਨਸਰਟ ਕਾਲਮ ਟੂ ਲੈਫਟ, ਇਨਸਰਟ ਕਾਲਮ ਟੂ ਰਾਈਟ ਜਾਂ ਇਨਸਰਟ ਰੋ ਟੂ ਅਬਵ, ਇਨਸਰਟ ਰੋ ਬਿਲੋ ਜਾਂ ਇਨਸਰਟ ਸੈੱਲ ਦੀ ਵਰਤੋਂ ਕਰਕੇ ਕਾਲਮਾਂ ਨੂੰ ਉੱਪਰਲੇ ਪਾਸੇ, ਖੱਬੇ ਪਾਸੇ, ਸੱਜੇ ਪਾਸੇ ਜਾਂ ਹੇਠਲੇ ਪਾਸੇ ਕਿਤੇ ਵੀ ਐਂਟਰ ਕਰ ਸਕਦੇ ਹੋ। ਜਿਸ ਸੈੱਲ ਜਾਂ ਰੋ ਦੇ ਨਾਲ ਤੁਸੀਂ ਹੋਰ ਰੋ ਜਾਂ ਕਾਲਮ ਐਡ ਕਰਨੇ ਨੇ ਬੇਟਾ ਉਸ ਨੂੰ ਸਿਲੈਕਟ ਕਰਨਾ ਬਹੁਤ ਜ਼ਰੂਰੀ ਆ। ਜਿਵੇਂ ਨਵੀਆਂ ਰੋ, ਕਾਲਮ ਤੇ ਸੈੱਲਾਂ ਨੂੰ ਐਡ ਕਰਨ ਦੀ ਸੁਵਿਧਾ ਇਹਦੇ ਵਿੱਚ ਮੁਹੱਈਆ ਹੁੰਦੀ ਹੈ, ਉਸੇ ਤਰ੍ਹਾਂ ਜਦੋਂ ਤੁਸੀਂ ਸੈੱਲ ਤੇ ਰਾਈਟ ਕਲਿੱਕ ਕਰਦੇ ਹੋ ਤਾਂ ਸੈੱਲ ਨੂੰ ਡਿਲੀਟ ਕਰਨ ਦੀ ਵੀ ਸੁਵਿਧਾ ਇਹਦੇ ਵਿੱਚ ਤੁਹਾਨੂੰ ਮਿਲਦੀ ਹੈ। ਇਸ ਤੋਂ ਇਲਾਵਾ ਸਪਲਿਟ ਸੈੱਲ, ਬਾਰਡਰ ਸ਼ੇਡਿੰਗ, ਟੈਕਸਟ ਡਾਇਰੈਕਸ਼ਨ, ਸੈੱਲ ਅਲਾਈਨਮੈਂਟ ਤੇ ਆਟੋ ਫਿਟ ਆਦਿ ਵਰਗੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸੈੱਲ ਤੇ ਰਾਈਟ ਕਲਿੱਕ ਕਰਨ ਨਾਲ ਤੁਹਾਨੂੰ ਦਿਖਾਈ ਦਿੰਦੀਆਂ ਨੇ। ਇੱਥੋਂ ਤੱਕ ਕਿ ਤੁਸੀਂ ਸਾਰੇ ਦਾ ਸਾਰਾ ਟੇਬਲ ਵੀ ਲੇਆਊਟ ਟੈਬ ਦੇ ਰੋ ਅਤੇ ਕਾਲਮ ਗਰੁੱਪ ਦੇ ਡਿਲੀਟ ਆਪਸ਼ਨ ਤੋਂ ਡਿਲੀਟ ਕਰ ਸਕਦੇ ਹੋ। ਜੇ ਤੁਸੀਂ ਕੋਈ ਇੱਕ ਰੋ ਜਾਂ ਕਾਲਮ ਜਾਂ ਸੈੱਲ ਡਿਲੀਟ ਕਰਨਾ ਚਾਹੁੰਦੇ ਹੋ ਉਹ ਵੀ ਇਹਦੇ ਵਿੱਚ ਡਿਲੀਟ ਹੋ ਸਕਦਾ ਹੈ। ਰੋ, ਕਾਲਮ ਤੇ ਸੈੱਲਾਂ ਦਾ ਆਕਾਰ ਬਦਲਣ ਲਈ ਅਸੀਂ ਲੇਆਊਟ ਟੈਬ ਵਿਚਲੀ ਟੇਬਲ ਪ੍ਰੋਪਰਟੀਜ਼ ਆਪਸ਼ਨ ਦੀ ਮਦਦ ਲੈਂਦੇ ਹਾਂ। ਅਸੀਂ ਟੇਬਲ ਦੀ ਅਲਾਈਨਮੈਂਟ ਵੀ ਇਸੇ ਪ੍ਰੋਪਰਟੀਜ਼ ਬਟਨ ਤੇ ਕਲਿੱਕ ਕਰਕੇ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਸੈੱਲਾਂ ਨੂੰ ਸਪਲਿਟ ਕਰਨ ਲਈ ਅਸੀਂ ਲੇਆਊਟ ਟੈਬ ਦੇ ਮਰਜ ਗਰੁੱਪ ਵਿੱਚ ਸਪਲਿਟ ਸੈੱਲ ਤੇ ਕਲਿੱਕ ਕਰਦੇ ਹਾਂ ਅਤੇ ਮਰਜ ਕਰਨ ਦੇ ਲਈ ਮਰਜ ਗਰੁੱਪ ਵਿੱਚੋਂ ਮਰਜ ਸੈੱਲ ਤੇ ਕਲਿੱਕ ਕਰਦੇ ਹਾਂ। ਇੱਥੇ ਇੱਕ ਗੱਲ ਦੱਸਣੀ ਜ਼ਰੂਰੀ ਹੈ ਬੇਟਾ ਕਿ ਅਸੀਂ ਟੇਬਲ ਨੂੰ ਸਿਰਫ ਲੇਟਵੀਂ ਦਿਸ਼ਾ ਵਿੱਚ ਹੀ ਵੰਡ ਸਕਦੇ ਹਾਂ। ਜੇਕਰ ਟੇਬਲ ਵਿੱਚ ਸਿਰਫ ਇੱਕ ਰੋ ਹੈ ਤਾਂ ਅਸੀਂ ਉਸ ਨੂੰ ਵੰਡਣਾ ਚਾਹੁੰਦੇ ਹਾਂ, ਟੇਬਲ ਦੇ ਉੱਪਰਲੇ ਪਾਸੇ ਇੱਕ ਖਾਲੀ ਲਾਈਨ ਬਣ ਜਾਂਦੀ ਹੈ। ਪਿਆਰੇ ਬੱਚਿਓ, ਇਹ ਸੀ ਟੇਬਲ ਬਾਰੇ ਕੁਝ ਜਾਣਕਾਰੀ। ਆਓ ਹੁਣ ਜਾਣੀਏ ਕੁਝ ਮੇਲ ਮਰਜ ਬਾਰੇ। ਮੇਲ ਭਾਵ ਪੱਤਰ ਵਿਹਾਰ। ਪੁਰਾਣੇ ਸਮਿਆਂ ਵਿੱਚ ਪੱਤਰ ਵਿਹਾਰ ਤੇ ਸਮੇਂ ਅਤੇ ਪੈਸੇ ਦੀ ਬਹੁਤ ਬਰਬਾਦੀ ਹੁੰਦੀ ਸੀ, ਪਰ ਕੰਪਿਊਟਰ ਯੁੱਗ ਵਿੱਚ ਈਮੇਲ ਨੇ ਇਸ ਕੰਮ ਨੂੰ ਬਹੁਤ ਆਸਾਨ ਕਰਤਾ। ਉੱਥੇ ਹੀ MS ਵਰਡ ਸਾਨੂੰ ਮੇਲ ਮਰਜ ਵਰਗੀ ਇੱਕ ਅਜਿਹੀ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ ਜਿਸ ਦੀ ਵਰਤੋਂ ਨਾਲ ਅਸੀਂ ਇੱਕੋ ਸਮੇਂ ਵਿੱਚ ਇੱਕ ਜਾਣਕਾਰੀ ਨੂੰ ਇੱਕ ਤੋਂ ਵੱਧ ਪਤਿਆਂ ਤੇ ਭੇਜ ਸਕਦੇ ਹਾਂ। ਇਸ ਨਾਲ ਸਮੇਂ ਅਤੇ ਪੈਸਾ ਦੋਨਾਂ ਦੀ ਬਚਤ ਹੁੰਦੀ ਹੈ। ਮੇਲ ਮਰਜ ਦੀ ਵਰਤੋਂ ਡਾਟਾ ਸੋਰਸ ਤੇ ਮੁੱਖ ਡਾਕੂਮੈਂਟ ਨੂੰ ਜੋੜਨ ਲਈ ਕੀਤੀ ਜਾਂਦੀ ਹੈ। ਡਾਟਾ ਸੋਰਸ ਉਹਨਾਂ ਪਤਿਆਂ ਦੀ ਲਿਸਟ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਜਾਣਕਾਰੀ ਜਾਂ ਡਾਕੂਮੈਂਟ ਭੇਜਣਾ ਹੈ। ਇਸ ਵਿੱਚ ਨਾਮ, ਪਤਾ, ਸ਼ਹਿਰ, ਪਿੰਨ, ਟੈਲੀਫੋਨ ਨੰਬਰ ਵਰਗੇ ਵਿਕਲਪ ਸ਼ਾਮਿਲ ਹੁੰਦੇ ਹਨ। ਇਹ ਡਾਟਾ ਫੀਲਡ ਦੇ ਨਾਮ ਨਾਲ ਸਾਰਣੀਬੱਧ ਰੂਪ ਵਿੱਚ ਸੰਗਠਿਤ ਹੁੰਦੇ ਹਨ। ਕਿਉਂਕਿ ਜਿਹੜਾ ਡਾਟਾ ਸੋਰਸ ਹੈ ਉਹ ਸਾਡੇ ਮੁੱਖ ਡਾਕੂਮੈਂਟ ਨਾਲ ਸੰਬੰਧਿਤ ਹੁੰਦਾ ਹੈ, ਇਸ ਲਈ ਫੀਲਡ ਦੇ ਨਾਵਾਂ ਨੂੰ ਅਸੀਂ ਮੁੱਖ ਡਾਕੂਮੈਂਟ ਵਿੱਚ ਆਸਾਨੀ ਨਾਲ ਵਰਤ ਸਕਦੇ ਹਾਂ। ਮੁੱਖ ਡਾਕੂਮੈਂਟ ਉਹ ਡਾਕੂਮੈਂਟ ਜਿਸ ਵਿੱਚ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ। ਇਹ ਚਿੱਠੀਆਂ ਨੂੰ ਵੱਖ-ਵੱਖ ਪਤਿਆਂ ਤੇ ਭੇਜਣ ਵਿੱਚ ਸਮੇਂ ਦੀ ਬਚਤ ਕਰਦਾ ਹੈ। ਡਾਟਾ ਸੋਰਸ ਨੂੰ ਮੁੱਖ ਡਾਕੂਮੈਂਟ ਵਿੱਚ ਇਨਸਰਟ ਕਰਨਾ ਬਹੁਤ ਆਸਾਨ ਹੁੰਦਾ ਹੈ। ਮੇਲ ਮਰਜ ਦੀ ਇਹ ਆਪਸ਼ਨ ਤੁਹਾਨੂੰ ਮੇਲਿੰਗ ਟੈਬ ਦੇ ਵਿੱਚ ਦਿਖਾਈ ਦੇਵੇਗੀ। ਮੇਲਿੰਗ ਟੈਬ ਵਿੱਚ ਜਾ ਕੇ ਜਦੋਂ ਤੁਸੀਂ ਸਟਾਰਟ ਮੇਲ ਮਰਜ ਬਟਨ ਤੇ ਕਲਿੱਕ ਕਰਦੇ ਹੋ ਤਾਂ ਸਟੈਪ ਬਾਏ ਸਟੈਪ ਮੇਲ ਮਰਜ ਵਿਜ਼ਾਰਡ ਤੇ ਕਲਿੱਕ ਕੀਤਾ ਜਾਂਦਾ ਹੈ। ਮੇਲ ਮਰਜ ਦੀ ਟਾਸਕ ਪੈਨ ਸਕਰੀਨ ਦੇ ਸੱਜੇ ਪਾਸੇ ਖੁੱਲ੍ਹਦੀ ਹੈ। ਜੇਕਰ ਤੁਸੀਂ ਲੈਟਰ ਬਣਾਉਣਾ ਚਾਹੁੰਦੇ ਹੋ ਤਾਂ ਡਾਕੂਮੈਂਟ ਟਾਈਪ ਸੈਕਸ਼ਨ ਦੇ ਵਿੱਚ ਲੈਟਰ ਦੀ ਆਪਸ਼ਨ ਨੂੰ ਚੁਣੋ। ਪਿਆਰੇ ਬੱਚਿਓ, ਅਸੀਂ ਯੂਜ਼ ਐਗਜ਼ਿਸਟਿੰਗ ਲਿਸਟ ਆਪਸ਼ਨ ਦੀ ਵਰਤੋਂ ਕਰਕੇ ਪਹਿਲਾਂ ਤੋਂ ਬਣਾਈ ਹੋਈ ਲਿਸਟ ਦੀ ਵਰਤੋਂ ਕਰ ਸਕਦੇ ਹਾਂ। ਇੱਥੇ ਅਸੀਂ ਪ੍ਰਾਪਤਕਰਤਾ ਦੀ ਨਵੀਂ ਲਿਸਟ ਵੀ ਬਣਾ ਰਹੇ ਹਾਂ। ਨਵੇਂ ਕਾਲਮ ਐਡ ਕਰਨ ਲਈ ਕਸਟਮਾਈਜ਼ ਐਡਰੈਸ ਲਿਸਟ ਦੇ ਐਡ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਲਮ ਦੀ ਲੋੜ ਨਹੀਂ ਹੈ ਉਸ ਨੂੰ ਡਿਲੀਟ ਬਟਨ ਤੇ ਕਲਿੱਕ ਕਰਕੇ ਡਿਲੀਟ ਵੀ ਕੀਤਾ ਜਾ ਸਕਦਾ ਹੈ।
ਨਵੀਆਂ ਐਂਟਰੀਆਂ ਪਾਉਣ ਤੋਂ ਬਾਅਦ ਜਦੋਂ ਤੁਸੀਂ ਓਕੇ ਤੇ ਕਲਿੱਕ ਕਰਦੇ ਹੋ ਤਾਂ ਸੇਵ ਐਡਰੈਸ ਲਿਸਟ ਦੇ ਜਿਹੜਾ ਡਾਇਲੋਗ ਬਾਕਸ ਖੁੱਲਦਾ ਹੈ ਉਹਦੇ ਵਿੱਚ ਫਾਈਲ ਦਾ ਨਾਮ ਟਾਈਪ ਕਰਕੇ ਫਾਈਲ ਨੂੰ ਸੇਵ ਕੀਤਾ ਜਾ ਸਕਦਾ ਹੈ। ਮੇਲ ਮਰਜ ਰਿਸੀਪੀਐਂਟ ਡਾਇਲੋਗ ਬਾਕਸ ਦੇ ਵਿੱਚ ਪਹਿਲਾਂ ਦਾਖਲ ਕੀਤੇ ਹੋਏ ਸਾਰੇ ਰਿਕਾਰਡ ਨਜ਼ਰ ਆਉਂਦੇ ਨੇ। ਜੇਕਰ ਤੁਸੀਂ ਰਿਸੀਪੀਐਂਟ ਨੂੰ ਪੱਤਰ ਨਹੀਂ ਭੇਜਣਾ ਚਾਹੁੰਦੇ ਤਾਂ ਉਸ ਦੇ ਸਾਹਮਣੇ ਬਣੇ ਹੋਏ ਚੈੱਕ ਬਾਕਸ ਵਿੱਚ ਤੁਸੀਂ ਉਸ ਨੂੰ ਡੀਸਿਲੈਕਟ ਵੀ ਕਰ ਸਕਦੇ ਹੋ। ਆਪਣੇ ਡਾਕੂਮੈਂਟ ਵਿੱਚ ਮਰਜ ਫੀਲਡ ਦਾਖਲ ਕਰਨ ਲਈ ਇਨਸਰਟ ਮਰਜ ਫੀਲਡ ਬਟਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਦੋਂ ਤੁਸੀਂ ਆਪਣੇ ਲੈਟਰ ਦਾ ਅਗਲਾ ਪ੍ਰੀਵਿਊ ਵੇਖਦੇ ਹੋ ਤਾਂ ਪਹਿਲਾਂ ਵਾਲਾ ਰਿਕਾਰਡ ਸਕਰੀਨ ਤੇ ਨਜ਼ਰ ਆਉਂਦਾ ਹੈ। ਨੈਕਸਟ ਬਟਨ ਤੇ ਕਲਿੱਕ ਕਰਕੇ ਅਗਲਾ ਰਿਕਾਰਡ ਆਉਂਦਾ ਹੈ ਤੇ ਪ੍ਰੀਵੀਅਸ ਬਟਨ ਤੇ ਕਲਿੱਕ ਕਰਕੇ ਪਿਛਲਾ ਰਿਕਾਰਡ ਆਉਂਦਾ ਹੈ। ਨੈਕਸਟ ਕੰਪਲੀਟ ਮਰਜ ਆਪਸ਼ਨ ਤੇ ਕਲਿੱਕ ਕਰਕੇ ਤੁਹਾਡੇ ਮੇਲ ਮਰਜ ਵਿਚਲੀਆਂ ਚਿੱਠੀਆਂ ਤਿਆਰ ਹੋ ਜਾਂਦੀਆਂ ਹਨ। ਤੁਸੀਂ ਇਹਨਾਂ ਮਰਜ ਚਿੱਠੀਆਂ ਨੂੰ ਪ੍ਰਿੰਟ ਵੀ ਕਰ ਸਕਦੇ ਹੋ। ਅਸੀਂ ਇੱਕ ਚਿੱਠੀ ਨੂੰ ਵੱਖਰੇ ਤੌਰ ਤੇ ਖੋਲ ਕੇ ਉਸ ਵਿੱਚ ਆਪਣੀਆਂ ਨਿੱਜੀ ਟਿੱਪਣੀਆਂ ਜਾਂ ਤਸਵੀਰਾਂ ਵੀ ਦਾਖਲ ਕਰ ਸਕਦੇ ਹਾਂ। ਇਹ ਕੰਮ ਐਡਿਟ ਇੰਡੀਵਿਜੂਅਲ ਲੈਟਰਸ ਦੀ ਮਦਦ ਨਾਲ ਹੁੰਦਾ ਹੈ। ਮਰਜ ਟੂ ਨਿਊ ਡਾਕੂਮੈਂਟ ਦੇ ਵਿੱਚੋਂ ਜਦੋਂ ਤੁਸੀਂ ਆਲ ਆਪਸ਼ਨ ਨੂੰ ਚੂਜ਼ ਕਰ ਲੈਂਦੇ ਹੋ ਤਾਂ ਓਕੇ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਨਵਾਂ ਡਾਕੂਮੈਂਟ ਬਣ ਜਾਂਦਾ ਹੈ ਜਿਸ ਨਾਲ ਸਾਰੀਆਂ ਮਰਜਡ ਫੀਲਡ ਦਾਖਲ ਹੋ ਜਾਂਦੀਆਂ ਨੇ। ਇਸ ਨਵੇਂ ਬਣੇ ਡਾਕੂਮੈਂਟ ਨੂੰ ਮਰਜਡ ਡਾਕੂਮੈਂਟ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਦੇਖਦੇ ਹਾਂ ਕਿ ਆਪਾਂ ਅੱਜ ਤੁਹਾਡੀ ਪਾਠ ਪੁਸਤਕ ਦੇ ਪਾਠ ਨੰਬਰ 1 MS ਵਰਡ ਵਿੱਚ ਟੇਬਲ ਅਤੇ ਮੇਲ ਮਰਜ ਨਾਲ ਕੰਮ ਕਰਨਾ ਵਿੱਚੋਂ ਕੀ ਪੜ੍ਹਿਆ। ਅਸੀਂ ਪੜ੍ਹਿਆ MS ਵਰਡ ਦੀ ਮਹੱਤਤਾ, ਟੇਬਲ ਕੀ ਹੈ, ਟੇਬਲ ਬਣਾਉਣ ਦੇ ਤਰੀਕੇ, ਡਿਜ਼ਾਈਨ ਟੈਬ ਅਤੇ ਲੇਆਊਟ ਟੈਬ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ, ਸਪਲਿਟ ਸੈੱਲ ਤੋਂ ਕੀ ਭਾਵ ਹੈ, ਮਰਜ ਸੈੱਲ ਤੋਂ ਕੀ ਭਾਵ ਹੈ, ਟੇਬਲ ਦੀਆਂ ਪ੍ਰੋਪਰਟੀਜ਼, ਮੇਲ ਮਰਜ ਕੀ ਹੈ, ਡਾਟਾ ਸੋਰਸ ਕੀ ਹੈ ਤੇ ਮੁੱਖ ਡਾਕੂਮੈਂਟ ਕੀ ਹੈ ਤੇ ਮੇਲ ਮਰਜ ਦੀ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ। ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਬਹੁਤ ਲਾਹੇਵੰਦ ਹੋਏਗੀ ਅਤੇ ਜਦੋਂ ਤੁਸੀਂ ਇਸ ਅਧਿਆਇ ਦਾ ਪ੍ਰੈਕਟੀਕਲ ਕਰਨ ਲਈ ਕੰਪਿਊਟਰ ਲੈਬ ਵਿੱਚ ਜਾਓਗੇ ਤਾਂ ਕਾਫੀ ਪੁਆਇੰਟ ਤੁਹਾਨੂੰ ਪਹਿਲਾਂ ਹੀ ਕਲੀਅਰ ਹੋਣਗੇ। ਇੱਕ ਨਵੀਂ ਜਾਣਕਾਰੀ ਦੇ ਨਾਲ ਫੇਰ ਮਿਲਾਂਗੇ। ਤਦ ਤੱਕ ਲਈ ਤੰਦਰੁਸਤ ਰਹੋ, ਘਰ ਰਹੋ ਤੇ ਸੁਰੱਖਿਅਤ ਰਹੋ। ਧੰਨਵਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। हाँ, दुआबा रेडियो।